दंडौत बंदन अनिक बार, सर्व कला समरथ डोलन ते राखो प्रभु। नानक दे कर हथ फिरत फिरत प्रभ आया, परया तो सरनाए। नानक की प्रभ बेनती अपनी भगति लाए। कबीर एह तन जाहेगा, सकहो ता लेहो बहोर। नागे पावहो ते गए, जिनके लाख करोड़। केते बैस गया जिस आसन हम बैठे। 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 ते बैस गया जिस आसन हम बैठे। केते बैस गया जिस आसन हम बैठे। केते बैस गया जिस आसन हम बैठे। केते बैस गया जिस आसन हम बैठे। ओ जिस आसन हम बैठे केते बैस गया जिस आसन हम बैठे। केते बैस गया ओ जिस आसन हम बैठे। केते बैस गया 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 वो बैस गया जिस आसन हम बैठे। केते बैस गया जिस आसन हम बैठे। केते बैस गया जिस आसन हम बैठे। केते बैस गया जिस आसन हम बैठे। बोले शेख फरीद प्यारे अल्लाह लगे। एह तन होसी खाक निमानी गोर घरे। आज मिलावा शेख फरीद टाकी मकूंजड़ियां मनहो मचिंदड़ियां। जे जाना मर जाइए घुम ना आइए। झूठी दुनिया लग ना आप वंजाइए। झूठी दुनिया लग ना आप वंजाइए। बोलिए सच धर्म। बोलिए सच धर्म। बोलिए सच धर्म। बोलिए सच धर्म। बोलिए सच धर्म झूठ न बोलिए। बोलिए सच धर्म झूठ न बोलिए। हाँ बोलिए सच धर्म झूठ न बोलिए। बोलिए सच धर्म झूठ न बोलिए। ओ जो
ਦੱਸੈ ਵਾਟ, ਜੋ ਗੁਰ ਦੱਸੈ ਵਾਟ, ਜੋ ਗੁਰ ਦੱਸੈ ਵਾਟ, ਜੋ ਗੁਰ ਦੱਸੈ ਵਾਟ, ਹਾਂ ਜੋ ਗੁਰ ਦੱਸੈ ਵਾਟ, ਜੋ ਗੁਰ ਦੱਸੈ ਵਾਟ, ਜੋ ਗੁਰ ਦੱਸੈ ਵਾਟ, ਜੋ ਗੁਰ ਦੱਸੈ ਵਾਟ ਮੁਰਦਾ ਜੋ ਲੀਐ, ਜੋ ਗੁਰ ਦੱਸੈ ਵਾਟ ਮੁਰਦਾ ਜੋ ਲੀਐ, ਹਾਂ ਜੋ ਗੁਰ ਦੱਸੈ ਵਾਟ ਮੁਰਦਾ ਜੋ ਲੀਐ, ਉਹ ਜੋ ਲੀਐ ਜਿਸ ਆਸਨ ਹਮ ਬੈਸੇ ਕਿਤੇ ਬੈਸ ਗਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ, ਜਿਸ ਆਸਨ ਹਮ ਬੈਠੇ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ, छैल लगंधे पार गोरी मन तीरिया, कंचन वन्ने पासे कलवत चीरिया, सेख हयाती जग ना कोई थिर रहया, सेख हयाती जग ना कोई थिर रहया, सेख हयाती जग ना कोई थिर रहया, ओ सेख हयाती जग ना कोई थिर रहया, सेख हयाती जग, हाँ सेख हयाती जग, सेख हयाती जग, ओ सेख हयाती जग, सेख हयाती जग ना कोई थिर रहया, सेख हयाती जग ना कोई थिर रहया, सेख हयाती जग ना कोई थिर रहया, आ सेख हयाती जग ना कोई थिर रहया, वो बैस गया जिस आसन हम बैठे किते बैस गया, जिस आसन हम बैठे किते बैस गया, जिस आसन हम बैठे किते बैठ गया, जिस आसन हम बैठे, ओ जिस आसन हम बैठे किते बैस गया, जिस आसन हम बैठे किते बैस गया, जिस आसन हम बैठे किते बैठ गया, जिस आसन हम बैठे किते बैठ गया, ओ जिस आसन हम बैठे, जिस आसन हम बैठे, जिस आसन जिस आसन हम बैठे, जिस आसन हम बैठे, जिस आसन हम बैठे, जिस आसन जिस आसन हम बैठे केते बैस गया, जिस आसन हम बैठे केते बैस गया, बैस गया जिस आसन हम बैठे किते बैस गया, जिस आसन हम बैठे किते बैस गया, जिस आसन हम बैठे किते बैठ गया, जिस आसन हम बैठे। आदरयोग साध संगत जीओ, ਤੁਸੀਂ ਸਾਰੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਸਤਿਗੁਰੂ ਜੀ ਦੇ ਪਵਿੱਤਰ ਅਤੇ ਪਾਵਨ ਦਰਸ ਪਰਸ ਰਹੇ ਹੋ।
ਸੰਸਾਰ ਦੀ ਜੋ ਯਾਤਰਾ ਹੈ ਉਹ ਜਨਮ ਤੋਂ ਸ਼ੁਰੂ ਹੁੰਦੀ ਹੈ, ਮੌਤ ਤੇ ਸਮਾਪਤ ਹੋ ਜਾਂਦੀ ਹੈ। ਇਹ ਨਿਯਮ ਹੈ ਸੰਸਾਰ ਦਾ। ਪਹਿਲਾ ਜਨਮ ਹੈ, ਫਿਰ ਮੌਤ ਹੈ। ਪਰ ਜੋ ਧਰਮ ਦੀ ਯਾਤਰਾ ਹੈ ਉਹ ਉਲਟ ਹੈ ਇਸ ਤੋਂ। ਧਰਮ ਦੀ ਯਾਤਰਾ ਵਿੱਚ ਪਹਿਲਾਂ ਮਰਨਾ ਪਵੇਗਾ, ਫਿਰ ਜਨਮ ਹੋਵੇਗਾ। ਸੰਸਾਰ ਦੀ ਯਾਤਰਾ ਪਹਿਲਾ ਜਨਮ ਹੈ, ਫਿਰ ਮੌਤ ਹੈ। ਧਰਮ ਦੀ ਯਾਤਰਾ ਪਹਿਲਾ ਮਰਨ ਹੈ, ਫਿਰ ਜਨਮ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਇਸੇ ਕਰਕੇ ਧਰਮ ਦੇ ਰਸਤੇ ਉੱਤੇ ਤੁਰਨਾ ਔਖਾ ਹੈ, ਬਹੁਤ ਔਖਾ ਹੈ, ਕਿਉਂਕਿ ਮਰਨਾ ਪਵੇਗਾ। ਮਰਨ ਨੂੰ ਜੀ ਨਹੀਂ ਕਰਦਾ। ਤੋ ਖੈਰ, ਧਰਮ ਦੀ ਯਾਤਰਾ ਜੋ ਕੁਝ ਅਸੀਂ ਸਮਝੀ ਬੈਠੇ ਹਾਂ ਇਸ ਤਰ੍ਹਾਂ ਦੀ ਹੈ ਨਹੀਂ। ਵਿਦਵਾਨਾਂ ਦਾ ਵਿਚਾਰ ਆ, ਚਾਰ ਵਰਨ ਸੰਸਾਰ ਦੀ ਵੰਡ ਵਿੱਚ ਸਾਡੇ ਸਾਹਮਣੇ ਆਉਂਦੇ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਪਰ ਦਾਰਸ਼ਨਿਕ ਵਿਦਵਾਨਾਂ ਦਾ ਇਹ ਵਿਚਾਰ ਹੈ, ਸੰਸਾਰ ਦੀਆਂ ਲੋਕਾਂ ਨੇ ਇਹ ਚਾਰ ਵਰਨ ਬਾਹਰੀ ਰੂਪ ਦੇ ਕਰਮ ਕਾਂਡਾਂ ਦੇ ਅਨੁਸਾਰ ਵੰਡੇ। ਜੇ ਕੋਈ ਵੇਦ ਪੜ੍ਹਦਾ ਤੇ ਪੜ੍ਹਾਉਂਦਾ ਹੈ ਉਹ ਬ੍ਰਾਹਮਣ ਹੈ, ਔਰ ਜਨਮ ਤੋਂ ਬ੍ਰਾਹਮਣ ਹੈ। ਜਾਤ ਕਰਕੇ ਬ੍ਰਾਹਮਣ ਹੈ, ਕੋਈ ਜਾਤ ਕਰਕੇ ਵੈਸ਼ਯ ਹੈ, ਕੋਈ ਜਾਤ ਕਰਕੇ ਸ਼ੂਦਰ ਹੈ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਇਸ ਘਰ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ, ਜਾਤ ਜਨਮ ਨਾ ਪੁੱਛੀਐ ਸੱਚ ਘਰ ਲੇਹੋ ਬਤਾਏ। ਸਾ ਜਾਤ ਸਾ ਪਤ ਹੈ ਜੇ ਵੇਹੇ ਕਰਮ ਕਮਾਏ। ਇਸ ਘਰ ਦੇ ਵਿੱਚ ਜਨਮ ਕਰਕੇ ਕੋਈ ਸ਼ੂਦਰ ਨਹੀਂ, ਜਨਮ ਕਰਕੇ ਕੋਈ ਬ੍ਰਾਹਮਣ ਨਹੀਂ। ਇਸ ਘਰ ਦੇ ਵਿੱਚ ਕਰਮ ਕਰਕੇ ਤੁਸੀਂ ਇਹਨਾਂ ਵਰਨਾਂ ਦੇ ਅਨੁਸਾਰ ਵੰਡੇ ਜਾਓਗੇ। ਵੰਡ ਜ਼ਰੂਰ ਹੈ, ਚੇਤਾ ਰੱਖਿਓ, ਵੰਡ ਜ਼ਰੂਰ ਹੈ। ਤੋ ਦਾਰਸ਼ਨਿਕ ਵਿਦਵਾਨਾਂ ਦਾ ਵਿਚਾਰ ਹੈ, ਜਦੋਂ ਧਰਮ ਦੀ ਯਾਤਰਾ ਦੀ ਗੱਲ ਕਰਾਂਗੇ, ਅਸੀਂ ਜਿੰਨੇ ਬੈਠੇ ਆ ਨਾ, ਅਸੀਂ ਸਾਰੇ ਇਹਨਾਂ ਚਾਰਾਂ ਵਰਨਾਂ ਦੀ ਯਾਤਰਾ ਵਿੱਚੋਂ ਲੰਘਦੇ ਆ। ਸਾਰੇ ਜੀਵ ਲੰਘਦੇ ਨੇ, ਅਸੀਂ ਸਾਰੇ ਹੀ ਸ਼ੂਦਰ ਹਾਂ, ਸਾਰੇ ਹੀ ਅਸੀਂ। ਸ਼ੂਦਰ ਇੱਕ ਉਸ ਅਵਸਥਾ ਦਾ ਨਾਮ ਹੈ ਜਿੱਥੇ ਅਤ ਦਾ ਗਿਆਨ ਹੈ। ਅਤ ਦਾ ਗਿਆਨ, ਕੋਈ ਗਿਆਨ ਨਹੀਂ, ਅਬੋਧ ਹੈ, ਅਪਵਿੱਤਰ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਅਪਵਿੱਤਰ ਹੈ, ਅਬੋਧ ਹੈ, ਅਗਿਆਨੀ ਹੈ, ਉਸ ਨੂੰ ਕੁਝ ਨਹੀਂ ਪਤਾ। ਬੱਚਾ ਕਰਮ ਤੇ ਕਰਦਾ ਹੈ, ਪਰ ਕਰਮ ਕੀ ਕਰ ਰਿਹਾ ਹੈ ਉਸ ਨੂੰ ਕੁਝ ਨਹੀਂ ਪਤਾ, ਬਿਲਕੁਲ ਅਗਿਆਨੀ ਹੈ। ਤੋ ਜਿਤਨਾ ਚਿਰ ਤੱਕ ਤੁਸੀਂ ਬਚਪਨ ਦੇ ਵਿੱਚ ਹੋ, ਜਨਮ ਤੋਂ ਬਾਅਦ ਅਸੀਂ ਸਾਰੇ ਹੀ ਸ਼ੂਦਰ ਹਾਂ, ਜਿੰਨੇ ਬੈਠੇ ਆ ਸਾਰੇ ਹੀ। ਜਦੋਂ ਸਾਨੂੰ ਕਰਮ ਦਾ ਗਿਆਨ ਹੋਇਆ ਨਾ, ਭਈ ਜੋ ਕੁਛ ਮੈਂ ਕਰ ਰਿਹਾ ਇਹ ਕਿਉਂ ਕਰ ਰਿਹਾ ਵਾ, ਉਸ ਵਕਤ ਮੈਂ ਵੈਸ਼ਯ ਬਣ ਗਿਆ, ਮੈਂ ਵਪਾਰੀ ਬਣ ਗਿਆ। ਭਾਵ ਇਹ ਸਮਝ ਲਓ, ਮੈਂ ਪੜ੍ਹ ਲਿਖ ਕੇ ਜਦੋਂ ਕਮਾਈ ਵਾਲੇ ਪਾਸੇ ਤੁਰਿਆ ਤੇ ਮੈਂ ਵੈਸ਼ਯ ਬਣ ਗਿਆ, ਮੈਂ ਹੀ ਆ। ਥੋੜਾ ਜਿਹਾ ਹੋਰ ਪੈਸਾ ਆਇਆ ਕੋਲ, ਪਦਵੀ ਆਈ, ਅੰਦਰ ਵਿਚਾਰ ਆਈ, ਨਹੀਂ ਪੈਸਾ ਤੇ ਕਮਾਉਣਾ ਪਰ ਇੱਜ਼ਤ ਦਾ ਕਮਾਉਣਾ। ਰੋਟੀ ਤਾਂ ਖਾਣੀ ਹੈ ਪਰ ਇੱਜ਼ਤ ਦੀ ਖਾਣੀ ਹੈ। ਜਦੋਂ ਇਹ ਕਸ਼ਤਰੀ ਪੁਣਾ ਸਾਡੇ ਵਿੱਚ ਆ ਗਿਆ, ਫਿਰ ਅਸੀਂ ਹੀ ਛਤਰੀਏ ਬਣ ਗਏ। ਜਿੱਦਣ ਸਾਡੇ ਅੰਦਰ ਇਹ ਵਿਚਾਰ ਆ ਗਿਆ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਮੈਂ ਉਦਣ ਛਤਰੀ ਬਣ ਗਿਆ। ਜਿੰਨਾ ਚਿਰ ਤੱਕ ਮੈਂ ਵੈਸ਼ਯ ਸਾਂ, ਮੈਂ ਧਨ ਕਮਾ ਰਿਹਾ ਸਾਂ, ਮੇਰੀ ਨਿਗਾਹ ਦੂਸਰੇ ਦੇ ਧਨ ਉੱਤੇ ਟਿਕੀ ਹੋਈ ਸੀ, ਇਹ ਮੇਰਾ ਕਿੱਦਾਂ ਹੋਵੇ। ਜਿੰਨਾ ਚਿਰ ਮੈਂ ਛਤਰੀ ਰਿਹਾ, ਮੇਰਾ ਧਿਆਨ ਦੂਸਰੇ ਦੇ ਬਲ ਉੱਤੇ ਟਿਕਿਆ ਹੋਇਆ ਸੀ, ਇਹ ਬਲ ਮੇਰੇ ਅਧੀਨ ਕਿਸ ਤਰ੍ਹਾਂ ਹੋਵੇ। ਸਾਰੀ ਜ਼ਿੰਦਗੀ ਲੰਘ ਗਈ। ਇੱਕ ਅਵਸਥਾ ਉਹ ਆਈ ਜਿੱਥੇ ਜਾ ਕੇ ਦੂਸਰਿਆਂ ਵੱਲੋਂ ਧਿਆਨ ਹਟ ਕੇ ਆਪਣੇ ਉੱਤੇ ਆਇਆ। ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੈਂ ਕੀ ਕਰਨੇ ਆਇਆ।
ਜਦੋਂ ਇਸ ਪਾਸੇ ਧਿਆਨ ਤੁਹਾਡਾ ਆਵੇਗਾ ਫਿਰ ਤੁਸੀਂ ਬ੍ਰਾਹਮਣ ਬਣਨ ਵਾਲੇ ਰਸਤੇ ਤੇ ਤੁਰੋਗੇ। ਤੋ ਸੌਖਿਆਂ ਸ਼ਬਦਾਂ ਵਿੱਚ ਸਮਝ ਲਓ, ਜੋ ਧਰਮ ਦੀ ਯਾਤਰਾ ਹੈ ਨਾ ਸਾਡੀ ਸਾਰਿਆਂ ਦੀ, ਉਹ ਸ਼ੂਦਰ ਤੋਂ ਬ੍ਰਾਹਮਣ ਬਣਨ ਦੀ ਯਾਤਰਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਭਾਈ ਮਰਦਾਨਾ ਆਖਰੀ ਸਮਾਂ ਨੇੜੇ ਹੈ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਮੌਤ ਨੇੜੇ ਹੀ, ਗਰੀਬ ਨਵਾਜ ਤੁਹਾਡੇ ਦਰਸ਼ਨ ਹੋ ਰਹੇ ਨੇ, ਤੁਹਾਡੀਆਂ ਚਰਨਾਂ ਵਿੱਚ ਸਿਰ ਰੱਖਿਆ, ਇਹਦੂ ਚੰਗੀ ਮੌਤ ਹੋਰ ਕਿਹੜੀ ਹੋ ਸਕਦੀ ਹੈ? ਇਹਦੂ ਚੰਗੀ ਮੌਤ ਕਿਹੜੀ ਹੋ ਸਕਦੀ ਹੈ? ਸਤਿਗੁਰੂ ਆਖਿਆ, ਮਰਦਾਨਿਆ ਇਹ ਦੱਸ ਭਈ ਤੇਰਾ ਸੰਸਕਾਰ ਕਰੀਏ ਕਿ ਜਾਂ ਤੈਨੂੰ ਦਫਨ ਕਰੀਏ? ਮਰਾਸੀਆਂ ਦੇ ਘਰ ਦਾ, ਮੁਸਲਮਾਨਾਂ ਦਾ ਜਨਮ ਆ ਤੇਰਾ, ਤੇ ਤੇਰਾ ਸੰਸਕਾਰ ਕਰੀਏ ਕਿ ਜਾਂ ਤੈਨੂੰ ਦਫਨ ਕਰੀਏ, ਮੁਸਲਮਾਨਾਂ ਵਾਂਗੂ ਦੱਬ ਦਈਏ? ਧਿਆਨ ਨਾਲ ਸੁਣਿਓ, ਭਾਈ ਮਰਦਾਨੇ ਨੇ ਹੱਥ ਜੋੜ ਕੇ ਅਰਜ਼ ਕੀਤੀ, ਸਾਰੀ ਜ਼ਿੰਦਗੀ ਸਾਡੀ ਲੰਘ ਜਾਂਦੀ ਹੈ ਜੇ ਆਖਰੀ ਸਮੇਂ ਵਿੱਚ ਜਾ ਕੇ ਵੀ ਤੁਹਾਡਾ ਇਹ ਹੀ ਧਿਆਨ ਰਿਹਾ ਵੀ ਮਰਨ ਤੋਂ ਬਾਅਦ ਇਸ ਦੇਹੀ ਦਾ ਕੀ ਹੋਇਆ, ਸਮਝ ਲਓ ਯਾਤਰਾ ਅਧੂਰੀ ਰਹਿ ਗਈ ਹੈ, ਅਧੂਰੀ ਰਹਿ ਗਈ ਹੈ। ਗੁਸਤਾਖੀ ਮੁਆਫ, ਬਹੁਤ ਸਾਰੇ ਸਰੀਰ ਸਿਰਫ ਇਸ ਗੱਲ ਦੇ ਵਿੱਚ ਫਸ ਜਾਂਦੇ ਨੇ ਭਈ ਵੇਖਿਓ ਮਰਨ ਤੋਂ ਬਾਅਦ ਮੇਰਾ ਕਿਰਿਆਕਰਮ ਇਸ ਢੰਗ ਦਾ ਕਰਿਓ, ਪਤਾ ਨਹੀਂ ਜੇ ਇਸ ਢੰਗ ਦਾ ਕਿਰਿਆਕਰਮ ਨਾ ਕੀਤਾ ਤੇ ਮੈਨੂੰ ਮੁਕਤੀ ਨਹੀਂ ਮਿਲਣੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਆਤਮਾ ਦਾ ਸਰੀਰ ਨਾਲ ਕੀ ਸੰਬੰਧ ਹੈ? ਮੁਕਤ ਤਾਂ ਆਤਮਾ ਨੇ ਹੋਣਾ, ਜੀਵ ਆਤਮਾ ਨੇ, ਸਰੀਰ ਤਾਂ ਇੱਥੇ ਦਾ ਇੱਥੇ ਰਹਿ ਜਾਣਾ, ਸਰੀਰ ਤਾਂ ਨਹੀਂ ਕਿਤੇ ਜਾਣਾ। ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾ ਹੈ, ਇੱਕ ਪਾਣੀ ਵਿੱਚ ਸੱਟੀ ਹੈ, ਇੱਕ ਭੀ ਫਿਰ ਹਸਨ ਪਾ ਹੈ। ਇਹ ਸਾਰੇ ਤਰੀਕੇ ਨੇ ਇਸ ਦੇਹੀ ਨੂੰ, ਇਸ ਮਿੱਟੀ ਨੂੰ ਸਾਂਭਣ ਦੇ। ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਕੋਈ ਸੰਸਕਾਰ ਕਰ ਦਿੰਦਾ ਹੈ, ਕੋਈ ਹੱਡਾ ਰੋੜੀ ਤੇ ਸੁੱਟ ਆਉਂਦਾ, ਉੱਥੇ ਕੁੱਤੇ ਆਦਿਕ ਜਾਨਵਰ ਖਾ ਜਾਂਦੇ ਨੇ। ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆ ਦੱਸ ਤੇਰਾ ਸੰਸਕਾਰ ਕਰੀਏ ਕਿ ਜਾਂ ਦਫਨ ਕਰੀਏ, ਇਹ ਦੱਸ। ਭਾਈ ਮਰਦਾਨੇ ਨੇ ਹੱਥ ਜੋੜ ਕੇ ਅਰਜ਼ ਕੀਤੀ, ਗਰੀਬ ਨਵਾਜ ਸਾਰੀ ਜ਼ਿੰਦਗੀ ਤੇਰੇ ਨਾਲ ਰਿਹਾ, ਤੇਰਾ ਗਿਆਨ ਉਪਦੇਸ਼ ਸੁਣਿਆ, ਉਹ ਅਜੇ ਵੀ ਦੇਹਾਂ ਦੀਆਂ ਗੱਲਾਂ ਕਰਦੇ ਹੋ। ਮੇਰੇ ਵੱਲੋਂ ਭਾਵੇਂ ਮੇਰੀ ਇਸ ਦੇਹ ਨੂੰ ਹੱਡਾ ਰੋੜੀ ਤੇ ਸੁੱਟ ਦਿਓ, ਭਾਵੇਂ ਵਿਸ਼ਟਾ ਦੇ ਵਿੱਚ ਸੁੱਟ ਦਿਓ, ਮੇਰਾ ਕੀ ਸੰਬੰਧ ਆ ਇਸ ਦੇਹੀ ਨਾਲ? ਮੇਰਾ ਕੋਈ ਸੰਬੰਧ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆ ਫਿਰ ਮੇਰਾ ਜੀ ਕਰਦਾ ਕੋਈ ਥਾਂ ਬਣਾਈਏ ਤੇਰੀ, ਤੇ ਦੱਸ ਤੇਰੀ ਥਾਂ ਕਿਹੋ ਜੀ ਬਣਾਈਏ? ਪੱਕੀ ਥਾਂ ਬਣਾ ਦਈਏ, ਵਧੀਆ ਪੱਥਰ ਲਾ ਕੇ ਥਾਂ ਬਣਾ ਦਈਏ, ਚੰਗੀ ਥਾਂ ਬਣਾਈਏ। ਭਾਈ ਮਰਦਾਨੇ ਨੇ ਅਰਜ਼ ਕੀਤੀ, ਗਿਆਨ ਰਤਨਾਵਲੀ ਵਿੱਚ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਲਿਖਦੇ ਨੇ, ਭਾਈ ਮਰਦਾਨੇ ਨੇ ਹੱਥ ਜੋੜ ਕੇ ਅਰਜ਼ ਕੀਤੀ, ਗਰੀਬ ਨਵਾਜ ਮਸਾ ਮਸਾ ਤੇ ਇਸ ਪੰਜ ਭੌਤਿਕ ਦੇਹੀ ਵਿੱਚੋਂ ਛੁੱਟਣ ਲੱਗਾ ਵਾਂ, ਫੇਰ ਤੁਸੀਂ ਪੱਥਰਾਂ ਦੇ ਵਿੱਚ ਫਸਾਉਣਾ ਚਾਹੁੰਦੇ ਹੋ, ਮੇਰੇ ਉੱਤੇ ਕਿਰਪਾ ਕਰੋ ਨਾ ਫਸਾਓ। ਤੇ ਇਹ ਅਰਜ਼ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਰਦਾਨੇ ਨੇ। ਭਾਈ ਮਰਦਾਨੇ ਨੇ ਆਖਿਆ, ਬਾਬਾ ਤੇਰਾ ਮੇਰਾ ਕਾਈ ਅੰਤਰ ਨਾਹੀ, ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆ ਕਿਉਂ ਨਹੀਂ ਫਰਕ? ਕਾਲੂ ਦਾ ਪੁੱਤਰ ਹਾਂ, ਖੱਤਰੀਆਂ ਦੇ ਘਰ ਦਾ ਮੇਰਾ ਜਨਮ, ਬਾਦਰੇ ਮਰਾਸੀ ਘਰ ਤੇਰਾ ਜਨਮ ਹੋਇਆ, ਕਿੰਨਾ ਫਰਕ ਆ? ਤੂੰ ਮਰਦਾਨਾ, ਮੈਂ ਨਾਨਕ, ਮੈਂ ਖੱਤਰੀ, ਤੂੰ ਮਰਾਸੀ, ਤੇਰਾ ਪਿਓ ਬਾਦਰਾ, ਮੇਰਾ ਪਿਓ ਕਾਲੂ, ਕਿੰਨਾ ਫਰਕ ਹੋ ਗਿਆ? ਭਾਈ ਮਰਦਾਨੇ ਨੇ ਆਖਿਆ, ਨਹੀਂ ਗਰੀਬ ਨਵਾਜ, ਤੂੰ ਵੀ ਡੂਮ ਹੈ, ਮੈਂ ਵੀ ਡੂਮ ਹਾਂ, ਤੂੰ ਵੀ ਢਾਡੀ ਹੈ, ਮੈਂ ਵੀ ਢਾਡੀ ਹਾਂ, ਤੂੰ ਖੁਦਾ ਦਾ ਢਾਡੀ ਹੈ, ਮੈਂ ਤੇਰਾ ਢਾਡੀ ਹਾਂ, ਤੂੰ ਵੀ ਢਾਡੀ ਤੇ ਮੈਂ ਵੀ ਢਾਡੀ, ਇਸ ਕਰਕੇ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ। ਤੂੰ ਖੁਦਾ ਦਾ ਦਰਸ਼ਨ ਕੀਤਾ, ਮੈਂ ਤੇਰਾ ਦਰਸ਼ਨ ਕੀਤਾ, ਮੈਂ ਖੁਦਾਏ ਦੇਖ ਲਿਆ ਹੈ, ਤੂੰ ਹੀ ਖੁਦਾ ਹੈ। ਜਦੋਂ ਇਹ ਸ਼ਬਦ ਆਖੇ ਤਾਂ ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਗੱਲ ਨਾਲ ਲਾ ਕੇ ਇਹ ਸ਼ਬਦ ਆਖੇ ਸਨ। ਉਸ ਵਕਤ ਸਤਿਗੁਰੂ ਆਖਿਆ ਸੀ, ਮਰਦਾਨਿਆ ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਤੂੰ ਬ੍ਰਾਹਮਣ ਹੋਏ ਗਿਆ ਹੈ। ਤੇ ਗੁਰਬਾਣੀ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਬ੍ਰਾਹਮਣ ਹੁੰਦਾ ਕੌਣ ਹੈ? ਇਸ ਘਰ ਵਿੱਚ ਬ੍ਰਾਹਮਣ ਕੌਣ ਹੈ? कहो कबीर जो ब्रह्म विचारै,
सो ब्राह्मण कहियत है हमारे। कहो कबीर जो ब्रह्म विचारे, सो ब्राह्मण कहियत है हमारे। कहो कबीर जो ब्रह्म विचारे, सो ब्राह्मण कहियत है। कबीर जो ब्रह्म विचारे, सो ब्राह्मण कहियत है हमारे। कहो कबीर जो ब्रह्म विचारे, सो ब्राह्मण कहियत है हमारे। कहो कबीर जो ब्रह्म विचारे, सो ब्राह्मण कहियत है। कहो कबीर जो ब्रह्म विचारे, 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 कहो कबीर जो विचारे, सो ब्राह्मण कहियत है हमारा। कबीर जो ब्रह्म विचारे, सो ब्राह्मण कहियत है हमारा। कहो तो मैं अर्ज तुहाडे सामने कर रहा वां, जीवन दी यात्रा शूद्र तो ब्राह्मण तक दी यात्रा, मूर्खता तो ज्ञान तक दी यात्रा, मौत तो अमृत तक दी यात्रा, झूठ तो सच तक दी यात्रा। जे ये यात्रा सफल करनी है, सच दी मंजिल ते पहुंचना पवेगा, ब्राह्मण बनना पवेगा, ज्ञान हासिल करना पवेगा, अमृत प्राप्त करना पवेगा। जे यात्रा सफल करनी है, डार्विन दी थ्योरी आपां सारिਆਂ ने पढ़ी सुनी है। डार्विन ये गल कहंदा भी मनुख पशुआं तो अज वाले रूप विच आया, भाव पहला पशु सी, पशु तो मनुख बन गया अज वाला। ये डार्विन दी थ्योरी है। पर कमाल दी गल ये है कि साडा सचमुच पशुपूणा मर गया कि मर गया साडा पशुपूणा के नहीं अजे। पशु एक उस अवस्था का नाम है जिथे कर्म ते कीता जा रहा पर ज्ञान कोई नहीं। ये ठीक है कि नहीं? गधे नूं नहीं पता इस गल दा भई जेड़ियां इट्टां मैं ढोंदा वां पिया, इन्हां इट्टां दे नाल कोई गुरुद्वारा बनाया जाना है कि कोई बुच्चड़खाना लाया जाना है, उन्होंने नहीं पता इस गल दा। तो सच जानियो, जे मानस देही प्राप्त करके सानू इस गल दा ज्ञान नहीं होया भई जेड़ा मैं कर्म कर रहा ये कर्म ठीक है कि गलत, ये कर्म सच है कि झूठ, ये कर्म अमृत है कि जहर, ये कर्म पशुपुणा है कि मनुखपुणा, तो फिर सच जानियो जीवन की यात्रा सफल हो गई साडी। हार गए असीं बाजी, हार गए बाजी। बहुत सारे ऐसे अज भी मनुख ने, जुबान तो मनुख दी है पर बोल मनुख वाले नहीं, अखां मनुख दियां ने, दृष्टि मनुख वाली नहीं, पैर तो मनुख दे ने पर चाल मनुख वाली नहीं है।
ਜਦੋਂ ਜ਼ੁਬਾਨ ਤੋਂ ਬੋਲਦਾ ਹੈ, ਇੰਨਾ ਭੈੜਾ ਬੋਲਦਾ ਹੈ, ਜਿਸ ਤਰ੍ਹਾਂ ਸੱਪ ਡੰਗ ਮਾਰਦਾ ਹੈ, ਇਸ ਤਰ੍ਹਾਂ ਅਗਲੇ ਦਾ ਹਿਰਦਾ ਵਿੰਨ ਕੇ ਰੱਖ ਦਿੰਦਾ, ਇੰਨਾ ਭੈੜਾ ਬੋਲਦਾ ਹੈ। ਇਹਦੀ ਚਾਲ ਇੰਨੀ ਮਾੜੀ ਹੈ, ਜਿਸ ਤਰ੍ਹਾਂ ਘੋੜਾ ਦੁਲੱਤੇ ਮਾਰ ਕੇ ਕਿਸੇ ਨੂੰ ਫੇਟ ਲਾ ਦਿੰਦਾ, ਇਹਦੀ ਚਾਲ ਇੰਨੀ ਮਾੜੀ ਹੈ। ਹਰ ਵਕਤ ਯਤਨ ਕਰਦਾ ਮੈਂ ਕਿਹਨੂੰ ਫੇਟ ਲਾ ਦਿਆਂ। ਤੋ ਮਹਾਤਮਾ ਜਨ ਕਹਿੰਦੇ ਨੇ, ਸਜਣਾ ਖਿਆਲ ਕਰ, ਵਿਚਾਰ ਕਰ, ਤੈਨੂੰ ਜੀਵਨ ਦਿੱਤਾ ਪਰਮੇਸ਼ਰ ਨੇ, ਏਡਾ ਸੋਹਣਾ। ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। 184 ਜੋਨ में उत्तम जन्म सो मानस देही। ਤੈਨੂੰ ਪਰਮੇਸ਼ਰ ਨੇ ਪਸ਼ੂਆਂ ਤੋਂ ਅਗਲਾ ਰੂਪ ਤੈਨੂੰ ਮਨੁੱਖ ਦਾ ਦੇ ਦਿੱਤਾ, ਪਰ ਜੇ ਮਾਨਸ ਦੇਹੀ ਪ੍ਰਾਪਤ ਕਰਕੇ ਤੈਨੂੰ ਅਜੇ ਵੀ ਇਹ ਗਿਆਨ ਨਹੀਂ ਹੋ ਸਕਿਆ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ, ਤੇ ਸੱਚ ਜਾਣੀ ਕਰਤੂਤ ਪਸ਼ੂ ਕੀ, ਮਾਨਸ ਜਾਤ ਕਰਕੇ ਤੂੰ ਮਨੁੱਖਿਆ, ਪਰ ਤੇਰੀ ਕਰਤੂਤਾਂ ਅਜੇ ਵੀ ਪਸ਼ੂਆਂ ਵਾਲੀਆਂ ਨੇ। ਇਸ ਗੱਲ ਦੇ ਹੰਕਾਰ ਵਿੱਚ ਨਾ ਆਈ ਵੀ ਤੈਨੂੰ ਮਾਨਸ ਦੇਹੀ ਪ੍ਰਾਪਤ ਹੋ ਗਈ, ਤੂੰ ਬੋਲਣ ਲੱਗ ਪਿਆ। ਤੇਰੀ ਚੇਤਨਤਾ ਬਹੁਤ ਚੰਗੀ ਹੈ। ਜੀਵਨ ਬਤੀਤ ਕਰਕੇ ਚਲੇ ਜਾਣਾ ਕੁਛ ਹੋਰ ਗੱਲ ਹੈ, ਪਰ ਜੀਵਨ ਨੂੰ ਸਫਲ ਕਰਕੇ ਜਾਣਾ ਕੁਛ ਹੋਰ ਗੱਲ ਹੈ। ਸਫਲ ਭਈ ਸਫਲ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਭਾਈ ਉਹਨਾਂ ਦੀ ਯਾਤਰਾ ਸਫਲ ਹੋ ਗਈ, ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ। ਕਿੰਨਾ ਦਾ? ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ। ਜੀਵਨ ਦੀ ਯਾਤਰਾ ਜੇ ਸਫਲ ਕਰਨੀ ਆ, ਕੀ ਕਰ? ਬਾਬਾ ਸ਼ੇਖ ਫਰੀਦ ਕਹਿੰਦੇ ਨੇ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ। ਜਿਹੜਾ ਰਸਤਾ ਗੁਰੂ ਦੱਸ ਰਿਹਾ ਉਹਦੇ ਉੱਤੇ ਤੁਰ ਪੈ। ਤੈਨੂੰ ਨਹੀਂ ਆਪ ਨੂੰ ਪਤਾ ਸੱਚ ਕੀ ਹੈ ਝੂਠ ਕੀ ਹੈ। ਬਾਜ਼ਾਰ ਦੇ ਵਿੱਚ ਤਾਂ ਸਚਾਈ ਇਹ ਹੈ, ਜ਼ਹਿਰ ਵੀ ਵਿਕਦਾ ਪਿਆ ਤੇ ਅੰਮ੍ਰਿਤ ਵੀ ਵਿਕ ਰਿਹਾ, ਤੈਨੂੰ ਨਹੀਂ ਪਛਾਣ। ਸੁਣ ਮੁੰਡੇ ਹਰਨਾਖੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣ ਕਹਿ ਤਾਂ ਕੀਚੈ ਵਪਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਸੋਹਣੀਏ ਅੱਖਾਂ ਵਾਲੀਏ, ਬਾਜ਼ਾਰ ਵਿੱਚ ਆਈ ਆ, ਇੱਥੇ ਗੁਣ ਵੀ ਵਿਕ ਰਹੇ ਨੇ, ਔਗਣ ਵੀ ਵਿਕ ਰਹੇ ਨੇ, ਸੱਚ ਵੀ ਵਿਕ ਰਿਹਾ, ਝੂਠ ਵੀ ਵਿਕ ਰਿਹਾ, ਬਦੀ ਵੀ ਵਿਕ ਰਹੀ, ਨੇਕੀ ਵੀ ਵਿਕ ਰਹੀ ਏ। ਤੈਨੂੰ ਨਹੀਂ ਪਤਾ ਖਰੀਦਣਾ ਕੀ ਹੈ। ਗੁਰੂ ਕੀ ਸ਼ਰਨ ਵਿੱਚ ਆ, ਤੈਨੂੰ ਗੁਰੂ ਦੱਸੇਗਾ ਕਿਹੜਾ ਰਾਹ ਠੀਕ ਆ। ਤੋ ਬਹੁਤ ਵਾਰੀ ਤੁਸੀਂ ਇਹ ਕਹਿੰਦੇ ਸੁਣੋਗੇ ਪ੍ਰਚਾਰਕਾਂ ਨੂੰ, ਜੀ ਮਾਨਸ ਦੇਹੀ ਤੁਹਾਨੂੰ ਪ੍ਰਾਪਤ ਹੋਈ ਹੈ, ਬੜੀ ਵੱਡੀ ਗੱਲ ਆ। ਪਰ ਮਾਨਸ ਦੇਹੀ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਨਹੀਂ। ਇਸ ਦੇਹੀ ਨੂੰ ਪ੍ਰਾਪਤ ਕਰਕੇ ਜੀਵਨ ਦੀ ਯਾਤਰਾ ਨੂੰ ਸਫਲ ਕਰ ਲੈਣਾ, ਇਹ ਵੱਡੀ ਗੱਲ ਆ। ਪੁਰਾਣੇ ਸਾਧੂ ਇੱਕ ਰੀਤ ਗਾਇਆ ਕਰਦੇ ਸਨ, ਇਸ ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਇਸ ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਇਸ ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਇਸ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ। ਇਸ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ। ਇਸ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਇਸ ਜਗ ਤੇ ਮਨੁੱਖ ਬਾਨੀ ਆਉਣਾ ਔਖਾ ਏ। ਉਹ ਜੂਨਾ ਚੋਂ ਉੱਤਮ ਮੇਰੇ ਨੂਰ ਬੰਦੇ, ਮੇਰੀ ਹਸਤੀ ਤੋਂ ਬਣੇ ਮਸ਼ਹੂਰ ਬੰਦੇ, ਉਹ ਮਜ਼ਬਾਂ ਦੀ ਮਸਤੀ ਚ ਮਖਮੂਰ ਬੰਦੇ,
ਉਹ ਹੋਣੀ ਤੇ ਕਿਸਮਤ ਤੋਂ ਮਜਬੂਰ ਬੰਦੇ। ਤੂੰ ਅੱਜ ਹੋਰ ਦਾ ਹੋਰ ਬਣ ਗਿਆ ਏ, ਤੈਨੂੰ ਕੀ ਮੈਂ ਬਣਾਇਆ ਸੀ, ਕੀ ਬਣ ਗਿਆ ਏ। ਰੱਬ ਕਹਿ ਰਿਹਾ ਬੰਦੇ ਨੂੰ, ਉਹ ਤੂੰ ਬਣ ਬੈਠੋ ਚਿੰਨਾਂ ਤੇ ਰੀਤਾਂ ਦਾ ਕੈਦੀ, ਗਿਰਜ਼ੇ ਤੇ ਮੰਦਰਾਂ ਮਸੀਤਾਂ ਦਾ ਕੈਦੀ, ਜਾਦੂ ਤੇ ਧਾਗੇ ਤਵੀਤਾਂ ਦਾ ਕੈਦੀ, ਨਾ ਬਣਿਓ ਮੁਹੱਬਤ ਪ੍ਰੀਤਾਂ ਦਾ ਕੈਦੀ। ਉਹ ਤਿਲਕ ਤੇਰੇ ਮੱਥੇ ਤੇ ਹੱਥੀਂ ਕੁਹਾੜਾ, ਤੇ ਮੇਰਾ ਨਾਮ ਲੈ ਕੇ ਤੂੰ ਪਾਵੇਂ ਪੁਆੜਾ। ਤੂੰ ਮੰਦਰ ਤੋਂ ਚਿੜ ਕੇ ਮਸਜਿਦ ਨੂੰ ਢਾਇਆ, ਤੂੰ ਮਸਜਿਦ ਨੂੰ ਢਾ ਕੇ ਤੇ ਗਿਰਜ਼ਾ ਬਣਾਇਆ। ਓਏ ਰਾਮ ਤੇਰਾ ਆਪਣਾ ਤੇ ਅੱਲਾ ਪਰਾਇਆ, ਦਿਲਾਂ ਨੂੰ ਦੁਖਾ ਕੇ ਤੂੰ ਮੈਨੂੰ ਰੁਸਾਇਆ। ਦਿਨ ਰਾਤ ਕਰਦਾ ਤੂੰ ਠੱਗੀਆਂ ਬਹਾਨੇ, ਤੇ ਮੇਰੇ ਨਾਲ ਗੰਢਦਾ ਅਜੇ ਵੀ ਯਾਰਾਨੇ। ਇੰਨੀਆਂ ਵੰਡੀਆਂ ਪਾ ਬੈਠਾ। ਛੋਟਾ ਜਿਹਾ ਇੱਕ ਪ੍ਰਮਾਣ ਗੁਰਬਾਣੀ ਦਾ ਬਹੁਤ ਵਰਤਿਆ ਜਾਂਦਾ ਹੈ ਸਿੱਖਾਂ ਦੇ ਵਿੱਚ, ਤੁਸੀਂ ਆਮ ਸੁਣਦੇ ਹੋ। ਜੇ ਕੋਈ ਸਾਡੀ ਆਈਡੈਂਟੀਟੀ ਪੁੱਛੇ ਨਾ ਸਿੱਖਾਂ ਨੂੰ, ਤੇ ਸਾਡੇ ਸਿੱਖਾਂ ਕੋਲ ਇੱਕ ਪ੍ਰਮਾਣ ਹੈ ਜੀ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਸਿੱਖ ਹਾਂ ਜੀ। ਸੱਚ ਜਾਣਿਓ, ਇਹ ਪੰਕਤੀ ਲਿਖੀ ਇਸੇ ਕਰਕੇ ਸੀ ਭਈ ਇਹ ਝਗੜਾ ਹੀ ਮਿਟ ਜਾਵੇ ਹਿੰਦੂ ਤੇ ਮੁਸਲਮਾਨ ਵਾਲਾ। ਅਸੀਂ ਤੀਜੀ ਥਾਂ ਧਿਰ ਖੜੀ ਕਰਕੇ ਝਗੜਾ ਖੜਾ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਜਦੋਂ, ਇਹਦੀ ਮੈਂ ਇਲੈਬੋਰੇਟ ਕਰ ਦਿੰਦਾ ਇਹਨੂੰ, ਗੁਰੂ ਨਾਨਕ ਪਾਤਸ਼ਾਹ ਜਦੋਂ ਨਵਾਬ ਦੌਲਤ ਖਾਨ ਦੇ ਪਾਸ ਨੌਕਰੀ ਕੀਤੀ ਨਾ ਸੁਲਤਾਨਪੁਰ, ਤੇ ਨਾਰਾ ਦਿੱਤਾ, ਨਾ ਕੋ ਹਿੰਦੂ ਨਾ ਮੁਸਲਮਾਨ। ਨਵਾਬ ਨੇ ਸੱਦ ਕੇ ਆਖਿਆ, ਨਾਨਕ ਦੋ ਹੀ ਰਸਤੇ ਨੇ, ਜਾਂ ਹਿੰਦੂ ਹੈ ਤੇ ਜਾਂ ਮੁਸਲਮਾਨ ਨੇ, ਜਾਂ ਇਸਲਾਮ ਹੈ ਜਾਂ ਸਨਾਤਨ ਆ। ਤੂੰ ਕਹਿੰਦਾ ਨਾ ਹਿੰਦੂਆਂ ਦੇ ਰਾਹ ਤੇ ਤੁਰੋ ਨਾ ਇਸਲਾਮ ਦੇ ਰਾਹ ਤੇ ਤੁਰੋ, ਨਾਨਕ ਦੱਸ ਰਾਹ ਕਿਹੜੇ ਤੇ ਤੁਰੀਏ। ਤੋ ਭਾਈ ਮਨੀ ਸਿੰਘ ਸਾਹਿਬ ਬੜਾ ਕਮਾਲ ਦੇ ਸ਼ਬਦ ਇੱਥੇ ਲਿਖਦੇ ਨੇ। ਭਾਈ ਜੀ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵਕਤ ਨਵਾਬ ਨੂੰ ਆਖਿਆ, ਨਵਾਬ ਖੁਦਾ ਦੇ ਰਾਹ ਤੇ ਤੁਰ। ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਤੇ ਮੈਂ ਕਈ ਵਾਰੀ ਕਹਿੰਦਾ ਕਿ ਸਿੱਖ ਇਹ ਦਾਵਾ ਕਰ ਸਕਦੇ ਨੇ ਵੀ ਖੁਦਾ ਸਿੱਖ ਹੈ? ਕੌਣ ਆਖੇਗਾ ਸਾਡੇ ਚੋਂ? ਇਸੇ ਝਗੜੇ ਨੂੰ ਤਾਂ ਖਤਮ ਕੀਤਾ ਸੀ ਇਹ ਸ਼ਬਦ ਲਿਖ ਕੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਕਬੀਰ ਸਾਹਿਬ ਨੇ ਆਖਿਆ, ਉਹ ਮੈਂ ਤਾਂ ਉਸ ਨੂੰ ਮੰਨਦਾ ਵਾਂ ਜਿਹੜਾ ਮੇਰੇ ਪ੍ਰਾਣਾਂ ਦਾ ਪਤੀ ਹੈ। ਜਿਹਨੂੰ ਹਿੰਦੂ ਰਾਮ ਕਹਿ ਰਿਹਾ ਤੇ ਮੁਸਲਮਾਨ ਅੱਲਾ ਕਹਿ ਰਿਹਾ, ਹੈ ਉਹ ਇੱਕ ਹੀ, ਹੈ ਉਹ ਇੱਕ ਹੀ। ਪਰ ਝਗੜਾ ਪਾ ਕੇ ਬਹਿ ਗਏ, ਨਹੀਂ ਹਿੰਦੂ ਨਹੀਂ, ਉਹ ਆਂਦਾ ਰਾਮ ਆਖਣਾ, ਉਹ ਆਂਦਾ ਨਹੀਂ ਮੁਸਲਮਾਨ ਆਂਦਾ ਅੱਲਾ ਆਖਣਾ। ਦੋਵੇਂ ਝਗੜਾ ਪਾ ਕੇ ਬਹਿ ਗਏ, ਹੈ ਉਹ ਇੱਕ। ਇਸ ਕਰਕੇ ਮੈਂ ਤਾਂ ਇੱਕ ਦਾ ਪੁਜਾਰੀ ਆ। ਗੁਰੂ ਨਾਨਕ ਪਾਤਸ਼ਾਹ ਨੇ ਇਹੀ ਤਾਂ ਝਗੜਾ ਮਿਟਾਇਆ ਸੀ, ਇਹ ਯਤਨ ਕੀਤਾ ਸੀ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਦਾ, ਭਾਈ ਖੁਦਾ ਦੇ ਰਾਹ ਉੱਤੇ ਤੁਰੋ। ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ ਆ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਵਾਂ, ਰੱਬ ਇਹ ਗੱਲ ਕਹਿ ਰਿਹਾ, ਉਹ ਤੂੰ ਬਣ ਬੈਠਾ ਆਪਣੇ ਆਪ ਦੇ ਵਿੱਚ ਵੀ ਮੈਂ ਬਹੁਤ ਵੱਡਾ ਧਰਮੀ ਆ, ਪਰ ਸੱਚ ਦੱਸ, ਉਹ ਕਦੇ ਕੋਈ ਰੋਂਦਾ ਹਸਾਇਆ ਹੀ ਦੱਸ ਖਾਂ, ਕਦੇ ਕੋਈ ਡਿੱਗਾ ਹੀ ਉਠਾਇਆ ਹੀ ਦੱਸ ਖਾਂ, ਕਦੇ ਕੋਈ ਡੁੱਬਦਾ ਬਚਾਇਆ ਹੀ ਦੱਸ ਖਾਂ, ਉਹ ਕਦੇ ਕੋਈ ਰੁੱਸਾ ਮਨਾਇਆ ਹੀ ਦੱਸ ਖਾਂ। ਜੇ ਹੱਥੀ ਕਿਸੇ ਦਾ ਫਟ ਨਹੀਂ ਹੋ ਸੀਤਾ, ਓਏ ਨਿਰੀ ਫੇਰੀ ਉਮਾਲਾ ਤੂੰ ਕੱਖ ਨਹੀਂ ਹੋ ਕੀਤਾ। ਇਸ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ, ਇਸ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ, ਇਸ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ, ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ ਏ। ਜਗ ਤੇ ਮਨੁੱਖ ਬਣ ਆਉਣਾ ਔਖਾ ਏ, ਇਸ ਜਗ ਤੇ ਮਨੁੱਖ ਬਣ ਆਉਣਾ ਔਖਾ ਏ, ਜਗ ਤੇ ਮਨੁੱਖ ਬਣ ਆਉਣਾ ਔਖਾ ਏ, ਜਗ ਤੇ ਮਨੁੱਖ ਬਣ ਆਉਣਾ ਔਖਾ ਏ। ਕੀ ਕਰ, ਉਹ ਬੜੇ ਚਿਰ ਤੋਂ ਮੱਥਾ ਕਸਾਇਆ ਹੀ ਬਸ ਕਰ, ਬੜਾ ਵਕਤ ਬੜਾ ਚਿਰ ਤੂੰ ਐਵੇਂ ਗਵਾਇਆ ਹੀ ਬਸ ਕਰ, ਬੜਾ ਕੁਛ ਤੂੰ ਹੱਥੋਂ ਲੁਟਾਇਆ ਹੀ ਬਸ ਕਰ, ਬਥੇਰਾ ਤੂੰ ਝੁੱਗਾ ਗਵਾਇਆ ਹੀ ਬਸ ਕਰ। ਤੂੰ ਗਲ ਘੋਟੂ ਬੇਰਾਂ ਤੇ ਡੁੱਲਿਆ ਰਿਹਾ ਏ, ਤੂੰ ਖੱਟੇ ਅੰਗੂਰਾਂ ਤੇ ਭੁੱਲਿਆ ਰਿਹਾ ਏ।
सवाल किया मनुख ने, ऐ परमात्मा दस मैं करा की दस। ते जवाब आया, मठा ते सिर नूं झुका ना झुका तू, मंदिर दी टल्ली वजा ना वजा तू, कबरां ते दीवे जगा ना जगा तू, एक दिल है बंदे दा ओ ना दुखा तू, ओ खुदाई दे अंदर टिकाना है मेरा, तू खलकत दा बन जा मैं बन जांगा तेरा। बाबा शेख फरीद कहते ने, जे तो प्रिया दी सिक हियाओ ना ठाहे कही दा, हियाओ तो भाव हिरदा, ठाहे तो भाव ढा देना, हिरदा ना ढाई। मेरे विद्या गुरु जी एक रीत गाया करते सन इत्थे, कर मोहब्बत हर किसी से कर मोहब्बत, दिल दुखाना छोड़ दे हर किसी से कर मोहब्बत, दिल दुखाना छोड़ दे हर मोहब्बत, हर किसी से दिल दुखाना छोड़ दे कर मोहब्बत, हर किसी से दिल दुखाना छोड़ दे कर मोहब्बत, हर किसी से दिल दुखाना छोड़ दे कर मोहब्बत, हर किसी से कर मोहब्बत, हर किसी से दिल दुखाना छोड़ दे। है यही बस इबादत है यही, बस इबादत है यही, बस इबादत है यही, ओ जंगल में जाना छोड़ दे बस इबादत है यही, जंगल में जाना छोड़ दे बस इबादत है यही, जंगल में जाना छोड़ दे अब इबादत है यही, हर किसी से कर मोहब्बत, हर किसी से कर मोहब्बत, हर किसी से कर मोहब्बत, हर किसी से ओ दिल दुखाना छोड़ दे कर मोहब्बत, हर किसी से दिल दुखाना छोड़ दे कर मोहब्बत, हर किसी से दिल दुखाना छोड़ दे कर मोहब्बत, हर किसी से दिल दुखाना छोड़ दे। संसार दियां जितनियां यात्रावां ने सारियां अधूरियां ने, सारे संसार दा धन भी क्यों ना इकट्ठा कर लीए, धन दी यात्रा कौडी तो लैके करोड़ां रुपए मनुख इकट्ठा कर ले फिर भी अधूरी है, फिर भी अंदरों तृष्णा नहीं मुकदी। घर तो तुर के 68 तीर्थां ते जाके इशनान करके वेख लिया पर अजे भी अंदरों कुड़तन नहीं गई है, यात्रा अधूरियां रह गईयां। असल यात्रा केड़ी है? असल यात्रा है मन दा सवारना, मन दी यात्रा, सुरती दी यात्रा, बिरती दी यात्रा। जेड़ा जन्मां जन्मांतरा तो मन भटक रहा है, जदों तक वो एक थां ते टिकदा नहीं है, जिन्ना चिर तक सुरत जिहड़ी है वो टिकदी नहीं है, उन्ना चिर तक ये यात्रा संपूर्ण नहीं हुंदी। तुहाडा पशुपूणा मर जाए, सदा वास्ते तुसी आनंद दी अवस्था विच रह सको। जिस परिवार दे वल्लों अज ये भोग पाए जा रहे हैं, छोटियां छोटियां एक दो गल्लां बस 2-4 मिनट च कह के समाप्ति कर देना वा। संत दर्शन सिंह जी सोखी, उन्हां दे पिता
ਸੰਤ ਬਲਵੰਤ ਸਿੰਘ ਜੀ ਸੋਖੀ ਤੁਰੇ ਆ ਰਹੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਦੀ ਗੱਲ ਆ। ਬਟੂਆ ਡਿੱਗਿਆ ਮਿਲਿਆ, 500 ਰੁਪਈਆ ਉਸ ਬਟੂਏ ਵਿੱਚ ਸੀ। ਉਹਨਾਂ ਸਮਿਆਂ ਦੀ ਗੱਲ ਆ, ਅੱਜ ਤੋਂ 70 ਸਾਲ ਪੁਰਾਣੀ ਗੱਲ। 500 ਰੁਪਈਆ ਬੜੀ ਵੱਡੀ ਗੱਲ ਸੀ। ਨੋਟ ਚੁੱਕੇ, ਜਾ ਕੇ ਥਾਣੇ ਦਿੱਤੇ। ਥਾਣੇਦਾਰ ਨੇ ਆਖਿਆ ਜੀ ਕਿਸੇ ਨੂੰ 5 ਪੈਸੇ ਲੱਭ ਜਾਣ, ਕੋਈ ਮੋੜਦਾ ਨਹੀਂ ਤੇ ਤੁਸੀਂ ਵਾਪਸ ਆ ਗਏ ਹੋ ਕਰਨ। ਸੰਤਾਂ ਨੇ ਆਖਿਆ ਜਿਹਦੇ ਹੋਣਗੇ ਲੱਭ ਕੇ ਉਸ ਨੂੰ ਦੇ ਦਿਓ, ਮੈਂ ਨਹੀਂ ਇਹ ਰੱਖਣੇ। ਉਹਨਾਂ ਆਖਿਆ ਜੀ ਕੋਈ ਮੋੜਨ ਵਾਪਸ ਨਹੀਂ ਆਉਂਦਾ। ਸੰਤਾਂ ਨੇ ਆਖਿਆ ਗੱਲ ਇਹ ਆ, ਮੈਂ ਸਤਿਗੁਰੂ ਪ੍ਰਤਾਪ ਸਿੰਘ ਦਾ ਸਿੱਖ ਆ, ਇਹ ਪੈਸੇ ਮੇਰੇ ਨਹੀਂ, ਇਹ ਪੈਸੇ ਮੇਰੇ ਨਹੀਂ, ਇਹ ਮੇਰਾ ਹੱਕ ਨਹੀਂ। ਉਹ ਇੰਨਾ ਪ੍ਰਭਾਵਿਤ ਹੋਇਆ ਥਾਣੇਦਾਰ, ਅਗਲੇ ਦਿਨ ਆਸਾ ਦੀ ਵਾਰ ਵਿੱਚ ਉਹ ਮੱਥਾ ਟੇਕਣ ਆਇਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ, ਤੇ ਧੰਨਵਾਦ ਕਰਨ ਆਇਆ ਕਿ ਅੱਜ ਦੇ ਕਲਯੁਗ ਦੇ ਜ਼ਮਾਨੇ ਵਿੱਚ ਵੀ ਤੁਹਾਡੇ ਐਸੇ ਸਿੱਖ ਨੇ ਜਿਨ੍ਹਾਂ ਦਾ ਮਾਇਆ ਨਾਲ ਮੋਹ ਹੀ ਨਹੀਂ ਹੈ, ਕੰਚਨ ਮਾਟੀ ਮਨ ਹੈ, ਇਸ ਤਰ੍ਹਾਂ ਦੀ ਅਵਸਥਾ। ਦੂਸਰਾ ਜੋ ਅੱਜ ਸਮਾਗਮ ਹੈ, ਭੋਗ ਹੈ, ਉਹ ਸਰਦਾਰ ਸੁਰਿੰਦਰ ਸਿੰਘ ਹੋਣਾ ਦਾ। ਸਰਦਾਰ ਸੁਰਿੰਦਰ ਸਿੰਘ ਹੋਣਾ ਦੇ ਪਿਤਾ ਸੰਤ ਅਮਰੀਕ ਸਿੰਘ ਜੀ ਲੰਮਾ ਸਮਾਂ ਸਾਡੇ ਧਰਮਸ਼ਾਲਾ ਸਾਹਪੁਰੇ ਵਿੱਚ ਖਜ਼ਾਨਚੀ ਰਹੇ, ਔਰ ਇਸ ਕਦਰ ਦੀ ਉਹਨਾਂ ਨੇ ਸੇਵਾ ਨਿਭਾਈ ਜਿਨ੍ਹਾਂ ਦੀ ਅਸੀਂ ਸਹੁੰ ਖਾ ਸਕਦੇ ਹਾਂ, ਸਹੁੰ ਖਾ ਸਕਦੇ ਹਾਂ। ਸਭ ਤੋਂ ਔਖੀ ਸੇਵਾ ਹੁੰਦੀ ਹੈ, ਚੇਤਾ ਰੱਖਿਓ ਖਜ਼ਾਨਚੀ ਦੀ। ਪੈਸਾ ਵੇਖ ਕੇ ਤਾਂ ਵੱਡੇ ਵੱਡੇ ਡੋਲ ਜਾਂਦੇ ਨੇ, ਵੱਡੇ ਵੱਡੇ, ਪਰ ਸੰਤ ਅਮਰੀਕ ਸਿੰਘ ਹੋਣਾ ਨੇ ਆਪਣੇ ਜੀਵਨ ਵਿੱਚ ਜਿਹੜੀ ਇਹ ਸੇਵਾ ਨਿਭਾਈ ਖਜ਼ਾਨਚੀ ਦੀ, ਇਸ ਕਦਰ ਦੀ ਨਿਭਾਈ ਵੀ ਸੱਚਮੁੱਚ ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕਦੀ ਹੈ, ਉਹਨਾਂ ਪਰਿਵਾਰਾਂ ਦੇ ਵਿੱਚੋਂ ਸਰੀਰ ਸਾਡੇ ਵਿੱਚੋਂ ਗਏ ਨੇ। ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਠੇ ਹੋਏ, ਸਤਿਗੁਰੂ ਜੀ ਦਰਸ਼ਨ ਦਿੱਤੇ। ਗੁਰੂ ਕਿਰਪਾ ਕਰੇ ਸਾਡਾ ਅੰਦਰਲਾ ਪਸ਼ੂ ਪੂਣਾ ਮਰੇ, ਅਸੀਂ ਮਨੁੱਖ ਬਣ ਸਕੀਏ, ਅਸੀਂ ਬੰਦੇ ਬਣ ਸਕੀਏ, ਅਸੀਂ ਜ਼ਹਿਰ ਤੋਂ ਸਾਡਾ ਜੋ ਸੁਭਾਅ ਹੈ ਉਹ ਅੰਮ੍ਰਿਤ ਵਰਗਾ ਬਣ ਸਕੇ। ਖਿਮਾ ਮੰਗਣਾ। ਧੰਨਵਾਦ। ਸਤਿ ਸ੍ਰੀ ਅਕਾਲ।